ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਜੋ ਫਿਜ਼ਿਕਸ ਦੀ ਸੀਰੀਜ਼ ਸਟਾਰਟ ਕੀਤੀ ਸੀ ਮਾਸਟਰ ਕੈਡਰ ਐਗਜ਼ਾਮਸ ਦੀ, ਉਸ ਨੂੰ ਕੰਟੀਨਿਊ ਕਰਾਂਗੇ ਜੋ ਕਿ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲੀ ਹੈ, ਬਹੁਤ ਬੈਨੀਫੀਸ਼ੀਅਲ ਰਹਿਣ ਵਾਲੀ ਹੈ। ਸਟਾਰਟ ਕਰਦੇ ਹਾਂ। ਅੱਜ ਜੋ ਆਪਾਂ ਯੂਨਿਟ ਸਟਾਰਟ ਕਰ ਰਹੇ ਹਾਂ ਤੁਹਾਡੀ ਥਰਮੋਡਾਇਨਾਮਿਕਸ ਹੈ, ਜੋ ਕਿ ਇੱਕ ਛੋਟੀ ਜਿਹੀ ਯੂਨਿਟ ਹੈ, ਜ਼ਿਆਦਾ ਵੱਡੀ ਨਹੀਂ ਹੈ। ਇਸ ਨੂੰ ਅੱਜ ਆਪਾਂ ਸ਼ੁਰੂ ਕਰਾਂਗੇ, ਸਟਾਰਟ ਕਰਾਂਗੇ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਮੈंने ਆਪਣੇ ਨੋਟਸ ਇੱਥੇ ਸ਼ੋਅ ਕੀਤੇ ਹੈ। ਆਈ ਹੋਪ ਤੁਹਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਇਹਨੂੰ ਸਮਝਣ ਦੇ ਵਿੱਚ। ਇਹਦੇ ਨਾਲ ਆਪਾਂ ਇੱਕ ਪ੍ਰੋਪਰ ਵੇ ਦੇ ਨਾਲ ਟੌਪਿਕ ਕਰ ਪਾਵਾਂਗੇ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਥਰਮੋਡਾਇਨਾਮਿਕਸ ਕੀ ਹੁੰਦੇ ਹੈ। ਥਰਮੋਡਾਇਨਾਮਿਕਸ ਨੇਮ ਤੋਂ ਕਲੀਅਰ ਹੈ। ਦੇਖੋ ਆਪਾਂ ਨਾਲ ਨਾਲ ਡਿਸਕਸ ਕਰਦੇ ਹਾਂ। ਥਰਮੋ ਦਾ ਮਤਲਬ ਕੀ ਹੁੰਦਾ, ਜਿੱਥੇ ਤੁਹਾਨੂੰ ਵਰਡ ਆ ਜਾਏ ਨਾ ਥਰਮੋ, ਇਸ ਦਾ ਮਤਲਬ ਕੀ ਹੈ। ਥਰਮੋ ਦਾ ਮਤਲਬ ਹੁੰਦਾ ਹੀਟ। ਡਾਇਨਾਮਿਕਸ ਦਾ ਮਤਲਬ ਕੀ ਹੁੰਦਾ, ਮੋਸ਼ਨ। ਡਾਇਨਾਮਿਕ ਦਾ ਕੀ ਮਤਲਬ ਹੁੰਦਾ, ਮੋਸ਼ਨ। ਡਾਇਨਾਮਿਕਸ ਦਾ ਮਤਲਬ ਕੀ ਹੁੰਦਾ, ਮੋਸ਼ਨ। ਜਦੋਂ ਹੀਟ ਕੀ ਹੋਵੇ, ਮੋਸ਼ਨ ਦੇ ਵਿੱਚ ਹੋਵੇ, ਮੀਨਸ ਹੀਟ ਕੀ ਹੋਵੇ, ਟਰਾਂਸਫਰ ਹੋਵੇ। ਮੀਨਸ ਸਟੱਡੀ ਕਰਾਂਗੇ ਇਹਦੇ ਵਿੱਚ ਆਪਾਂ ਹੀਟ ਦੀ ਟਰਾਂਸਫੋਰਮੇਸ਼ਨ ਦੀ, ਉਸਦੀ ਐਨਰਜੀ ਦੀ। ਜਦੋਂ ਉਹ ਦੂਸਰੀ ਫਾਰਮ ਆਫ ਐਨਰਜੀ ਦੇ ਵਿੱਚ ਕੀ ਹੋਊਗੀ, ਟਰਾਂਸਫਰ ਹੋਊਗੀ, ਮੂਵ ਕਰੂਗੀ, ਉਸ ਨੂੰ ਕੀ ਬੋਲਿਆ ਜਾਂਦਾ ਹੈ, ਥਰਮੋਡਾਇਨਾਮਿਕਸ ਬੋਲਿਆ ਜਾਂਦਾ ਹੈ। ਦੇਖੋ ਹੀਟ ਐਨਰਜੀ ਜਦੋਂ ਦੂਸਰੀ ਅਦਰ ਫਾਰਮ ਆਫ ਐਨਰਜੀ ਦੇ ਵਿੱਚ ਟਰਾਂਸਫਰ ਹੋਗੀ, ਉਸ ਨੂੰ ਆਪਾਂ ਕੀ ਬੋਲਾਂਗੇ, ਥਰਮੋਡਾਇਨਾਮਿਕਸ ਬੋਲਾਂਗੇ। ਕਲੀਅਰ। ਅਗਰ ਆਪਾਂ ਦੂਸਰੀ ਡੈਫੀਨੇਸ਼ਨ ਦੀ ਗੱਲ ਕਰੀਏ, it is the study of thermal system without taking into account their internal structure। means ਆਪਾਂ internal structures ਨੂੰ ਵਿੱਚ ਪਾਰਟ ਨਹੀਂ ਕਰਵਾਵਾਂਗੇ, ਸਿਰਫ ਇਹਦੇ ਵਿੱਚ ਸਟੱਡੀ ਹੋਊਗੀ ਥਰਮਲ ਸਿਸਟਮ ਦੀ, ਮੀਨਸ ਹੀਟ ਦੀ ਸਟੱਡੀ ਕਰਾਂਗੇ। ਕਲੀਅਰ। ਥਰਮੋਡਾਇਨਾਮਿਕਸ ਨੂੰ ਮੇਨਲੀ ਅਗਰ ਆਪਾਂ ਗੱਲ ਕਰੀਏ, ਇਹਦੇ ਅੱਗੇ 3 ਪਾਰਟਸ ਕੀਤੇ ਜਾਂਦੇ ਆ, 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਸਿਸਟਮ। ਦੇਖੋ ਸਿਸਟਮ ਕੀ ਹੁੰਦਾ, ਸਿਸਟਮ ਦਾ ਮਤਲਬ ਕੀ ਹੈ। ਸਿਸਟਮ ਦਾ ਮਤਲਬ ਕੀ ਹੈ, ਲਾਰਜ ਨੰਬਰ ਆਫ ਪਾਰਟੀਕਲਸ ਜੋ ਐਗਜ਼ਿਸਟ ਕਰਦੇ ਨੇ ਸੋਲਿਡ, ਲਿਕੁਇਡ, ਗੈਸੀਅਸ ਸਟੇਟਸ ਦੇ ਵਿੱਚ। ਮੇਨਲੀ ਸਿਸਟਮ ਵੀ ਅੱਗੇ 3 ਕੈਟਾਗਰੀਜ਼ ਦੇ ਵਿੱਚ ਹੁੰਦਾ, ਆਪਾਂ ਉਸ ਨੂੰ ਪੜਾਂਗੇ। ਸਿਸਟਮ ਦਾ ਮਤਲਬ ਕੀ ਹੈ, ਜਦੋਂ ਜ਼ਿਆਦਾ ਨੰਬਰ ਆਫ ਪਾਰਟੀਕਲਸ ਕੀ ਨੇ ਐਗਜ਼ਿਸਟ ਕਰਦੇ ਨੇ, ਚਾਹੇ ਉਹ ਸੋਲਿਡ ਫਾਰਮ ਦੇ ਵਿੱਚ ਹੋਣ, ਚਾਹੇ ਲਿਕੁਇਡ ਫਾਰਮ ਦੇ ਵਿੱਚ ਹੋਣ, ਔਰ ਚਾਹੇ ਗੈਸਿਸ ਫਾਰਮ ਦੇ ਵਿੱਚ ਹੋਣ। ਕਲੀਅਰ। ਸਰਾਊਂਡਿੰਗ ਦਾ ਮਤਲਬ ਕੀ ਤੋਂ ਲੈਂਦੇ ਆਪਾਂ, ਆਲੇ ਦੁਆਲੇ ਤੋਂ। ਤਾਂ ਸਰਾਊਂਡਿੰਗ ਦਾ ਮਤਲਬ ਕੀ ਹੈ, ਐਨੀਥਿੰਗ ਜੋ ਸਿਸਟਮ ਤੋਂ ਬਾਹਰ ਨੂੰ ਹੈ, ਜੋ ਅਫੈਕਟ ਕਰਦਾ ਸਿਸਟਮ ਨੂੰ, ਮੀਨਸ ਜਿਸ ਦੀ ਐਨਰਜੀ ਦੇ ਵਿੱਚ ਟਰਾਂਸਫਰ ਕਰਨ ਦੇ ਵਿੱਚ ਸਰਾਊਂਡਿੰਗ ਆਪਣੇ ਵਾਤਾਵਰਨ ਦਾ, ਆਲੇ ਦੁਆਲੇ ਦਾ, ਉਸ ਚੀਜ਼ ਦਾ ਰੋਲ ਕ੍ਰੀਏਟ ਕਰੇ, ਉਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਸਰਾਊਂਡਿੰਗ ਬੋਲ ਦਿੰਦੇ ਹਾਂ। ਕਲੀਅਰ। ਥਰਮੋਡਾਇਨਾਮਿਕਸ ਅਗਰ ਆਪਾਂ ਗੱਲ ਕਰੀਏ ਹੁਣ ਇਕੁਇਲਿਬਰੀਅਮ ਦੀ, ਇਕੁਇਲਿਬਰੀਅਮ ਕੀ ਹੋਊਗਾ, ਜਦੋਂ ਸਿਸਟਮ 3 ਵੇਜ਼ ਦੇ ਵਿੱਚ ਕੀ ਹੈ, ਸਰਾਊਂਡਿੰਗ ਦੇ ਨਾਲ ਰਿਲੇਟ ਕਰੋ, ਮਕੈਨੀਕਲੀ, ਕੈਮੀਕਲੀ, ਥਰਮਲੀ। ਮੀਨਸ ਇਕੁਇਲਿਬਰੀਅਮ ਦਾ ਮਤਲਬ ਕੀ ਹੈ, ਜਦੋਂ ਕੋਈ ਚੀਜ਼ ਐਕਸਚੇਂਜ ਨਹੀਂ ਹੋ ਰਹੀ ਹੋਗੀ, ਦੋਨਾਂ ਵਿੱਚ ਐਕਸਚੇਂਜਿੰਗ ਜੋ ਪਾਵਰ ਹੈ ਉਹ ਖਤਮ ਹੋ ਜੂਗੀ। ਕਲੀਅਰ। ਹੁਣ ਅਗਰ ਦੇਖੋ ਇੱਥੇ ਲਿਖਿਆ ਵੀ ਹੋਇਆ, ਮਕੈਨੀਕਲ ਦਾ ਮਤਲਬ ਕੀ ਹੈ, ਜਦੋਂ ਅਨਬੈਲੈਂਸ ਫੋਰਸਿਸ ਪ੍ਰੈਜ਼ੈਂਸ ਹੋਣਗੀਆਂ 3 ਵੇ ਨਾਲ। ਵੈਸੇ ਇਕੁਇਲਿਬਰੀਅਮ ਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਐਕਸਚੇਂਜ ਨਹੀਂ ਹੋ ਰਹੀ, ਮੈਟਰ ਵਗੈਰਾ ਐਕਸਚੇਂਜ ਨਹੀਂ ਹੋ ਰਿਹਾ, ਬਟ 3 ਵੇ ਦੇ ਵਿੱਚ ਹੈ। ਇਕੁਇਲਿਬਰੀਅਮ ਦੇ ਵਿੱਚ ਆਣਾ ਮਕੈਨੀਕਲੀ, ਕੈਮੀਕਲੀ ਐਂਡ ਥਰਮਲ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਮਕੈਨੀਕਲੀ ਦਾ ਕੀ ਮਤਲਬ ਸੀ, ਜਿਹਦੇ ਵਿੱਚ ਅਨਬੈਲੈਂਸ ਫੋਰਸਿਸ ਪ੍ਰੈਜ਼ੈਂਸ ਹੋਣਗੀਆਂ। ਸੈਕਿੰਡ ਵਨ ਕੀ ਹੈ, ਕੈਮੀਕਲੀ, ਜਿਹਦੇ ਵਿੱਚ ਮੈਟਰ ਦਾ ਐਕਸਚੇਂਜ ਹੁੰਦਾ। ਥਰਮਲ ਦਾ ਮਤਲਬ ਕੀ ਹੈ, ਟੈਂਪਰੇਚਰ ਦਾ ਅਲੱਗ-ਅਲੱਗ। ਥਰਮਲ ਦਾ ਮਤਲਬ ਹਮੇਸ਼ਾ ਕਿਸ ਤੋਂ ਲਓਗੇ ਤੁਸੀਂ, ਹੀਟ ਤੋਂ ਲਓਗੇ। ਕਲੀਅਰ। ਕੈਮੀਕਲ ਦਾ ਮਤਲਬ ਕੀ ਹੋ ਗਿਆ, ਉਹਨਾਂ ਦੇ ਵਿੱਚ ਜੋ ਮੈਟਰ ਹੈ ਉਸ ਦਾ ਐਕਸਚੇਂਜ ਹੋ ਜਾਣਾ। ਨੈਕਸਟ ਆਪਾਂ ਦੇਖਦੇ ਹਾਂ ਇਕੁਇਲਿਬਰੀਅਮ ਕਿਸ ਨੂੰ ਬੋਲਦੇ ਹਾਂ। ਇਕੁਇਲਿਬਰੀਅਮ ਦਾ ਮਤਲਬ ਹੈ ਜਦੋਂ ਨਾ ਤਾਂ ਐਨਰਜੀ ਟਰਾਂਸਫਰ ਹੋਗੀ, ਐਕਸਚੇਂਜ ਹੋਗੀ, ਨਾ ਮੈਟਰ। ਮੀਨਸ ਐਨਰਜੀ ਤੇ ਮੈਟਰ ਜਦੋਂ ਟਰਾਂਸਫਰ ਨਹੀਂ ਹੋਣਗੇ, ਟੇਕ ਪਲੇਸ ਨਹੀਂ ਕਰਨਗੇ ਸਿਸਟਮ ਤੇ ਸਰਾਊਂਡਿੰਗ ਦੇ ਵਿਚਕਾਰ, ਸਿਸਟਮ ਐਂਡ ਜੋ ਸਰਾਊਂਡਿੰਗ ਆਪਣਾ ਇਨਵਾਇਰਮੈਂਟ ਹੈ ਉਸ ਦੇ ਵਿਚਕਾਰ ਦੋਨੋਂ ਚੀਜ਼ਾਂ ਟਰਾਂਸਫਰ ਨਹੀਂ ਹੋਣਗੀਆਂ, ਉਸ ਨੂੰ ਆਪਾਂ ਕੀ ਬੋਲ ਦਾਂਗੇ, ਇਕੁਇਲਿਬਰੀਅਮ ਸਟੇਟ ਬੋਲ ਦਾਂਗੇ ਜਾਂ ਇਕੁਇਲਿਬਰੀਅਮ ਕੰਡੀਸ਼ਨ ਬੋਲ ਦਾਂਗੇ। ਕਲੀਅਰ। ਆਈ ਹੋਪ ਤੁਹਾਨੂੰ ਡੈਫੀਨੇਸ਼ਨਸ ਦੇ ਜੋ ਪਾਰਟ ਹੈ ਉਹ ਕਲੀਅਰ ਹੋ ਚੁੱਕੇ ਹੈ। ਨੈਕਸਟ ਆਪਾਂ ਦੇਖਦੇ ਹਾਂ ਥਰਮੋਡਾਇਨਾਮਿਕਸ ਦੇ ਨਾਲ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੋਇਆ ਮੇਨਲੀ, ਇੱਕ ਐਕਸਟੈਂਸਿਵ, ਸੈਕਿੰਡ ਵਨ ਇਜ਼ ਇੰਟੈਂਸਿਵ।
देखो एक्सटेंसिव का मतलब की है जो मैगनीट्यूड डिपेंड करे साइज ते और सिस्टम के अमाउंट ते। किस दे अमाउंट ते? सिस्टम के अमाउंट ते जो डिपेंड करेगी उसनों आपां की बोलते हैं एक्सटेंसिव। क्लीयर। इंटेंसिव की हो गया जो डिपेंड नहीं करेगा किस ते? अमाउंट ऑफ सिस्टम ते। जिमें कि प्रैशर डिपेंड नहीं करता, कलर किसी चीज़ का डिपेंड नहीं करता मैगनीट्यूड ते, और ना ही टैंपरेचर डिपेंड करता। इस वे दे नाल अगर मैं गल करा 3 टाइप्स से की होंदियां ने अपने को थर्मोडायनामिक्स के जो सिस्टम है जो आप पढ़ चुके हैं की होंदा सराउंडिंग है एंड यूनीवर्स जो सिस्टम ते सराउंडिंग नूं मिला के बनता है। इन्हां दियां कुछ टाइप्स ने, सिस्टम दियां कुछ टाइप्स ने, उसनूं पढ़ते हैं। सब तो पहला की है सिस्टम की है ओपन सिस्टम, दैन सैकेंड वन इज़ क्लोज सिस्टम, थर्ड वन इज़ आइसोलेटेड सिस्टम। ओपन सिस्टम के अंदर जिहदे विच एनर्जी एंड मैटर दोनों एक्सचेंज होएगा। जिवें हुण अगर मैं गल करा एग्जाम्पल की दित्ती हुई है टी इन कप, देखो एक कोई भी वाटर भी लै सकते हो, गर्म लैना आपां। आ मान लो कोई भी चाह है या बीकर है, पानी है दे विच। क्लीयर। ਜਦੋਂ ਇਹਨੂੰ ਆਪਾਂ ਹੀਟ ਕੀਤਾ ਇਸ ਵੇ ਦੇ ਨਾਲ ਕੀ ਹੈ ਹੀਟ ਕੀਤਾ ਤਾਂ ਇਹਦੇ ਵਿੱਚ ਕੀ ਹੋਏਗਾ ਇਵੈਪੋਰੇਸ਼ਨ ਹੋਏਗੀ, ਬਾਹਰ ਵੱਲ ਨੂੰ ਜਾਏਗਾ। ਇਹਦੇ ਨਾਲ ਕੀ ਹੋਇਆ એનર્ਜੀ ਦਾ ਐਕਸਚੇਂਜ ਹੋਏਗੀ ਕਿਉਂਕਿ ਚਾਹ ਠੰਡੀ ਹੋ ਜਾਏਗੀ। ਨਾਲ ਹੀ ਮੈਟਰ मीनस की है जो एक चाह है उसके कुछ वेपर्स बाहर चले जाएंगे, पता नहीं लगता बिल्कुल ना दे बराबर, बट इसकी अमाउंट ते भी की पैंदा है इफेक्ट पैंदा है। क्लीयर। सैकेंड वन की अगर मैं गल करा सैकेंड तुहाडे कोल की है देखो क्लोज सिस्टम। क्लोज सिस्टम का मतलब कि सिर्फ एनर्जी टेक प्लेस कर रही है, ओनली एनर्जी टेक प्लेस कर रही है, मैटर एक्सचेंज नहीं हो रही। जिमें हुण आपां कोई भी बीकर लै लीए, गरम ये वाटर मॉलीक्यूल प्रेजेंट ने, बस इनू लिड दे नाल की है ढक्कन दे नाल की है कवर करता। हुण की होएगा देखो जो ये मॉलीक्यूल्स ने वो ये नाल अटैच हो जाएंगे, लिड दे नाल की है अटैच हो जाएंगे। मीनस ये की है यदी एनर्जी की होगी प्रेजेंस रहेगी, बट अगर आप गल करिए मैटर दे विच की है टेक प्लेस नहीं करेगा, मैटर एक्सचेंज नहीं होएगा, ओनली एनर्जी ते फर्क पएगा। क्लीयर। नैक्सट की है थोड़ी थर्ड वन आइसोलेटेड सिस्टम। देखो आइसोलेटेड सिस्टम का की मतलब होंदा है नाइदर एनर्जी नॉर मैटर एक्सचेंज, ना तो एनर्जी एक्सचेंज हो रही है ना मैटर एक्सचेंज हो रही है। मीनस दोनों चीज़ां एक्सचेंज नहीं हो रही। एग्जाम्पल की है टी इन फ्लास्क। देखो फ्लास्क का की मतलब है फ्लास्क अपने घर दे विच ना हुण विंटर्स है तो आप विंटर्स दे विच ना बोटल्स यूज़ करते हैं गर्म पानी वाली जिहदे विच वाटर की है गर्म ही रहिंदा ठंडा नहीं हुंदा। इसका मतलब की हुंदा ना तो उहदे विच एनर्जी बाहर जा रही है, ना ही एनर्जी बाहर जा रही है, ना ही मैटर बाहर जा रहा है। दोनों चीज़ां की ने सेम रह रही ने, किसी ते भी कोई भी इफेक्ट नहीं पै रहा, कुछ भी एक्सचेंज नहीं हो रहा। उसनूं आपां की बोलते हैं आइसोलेटेड सिस्टम बोलते हैं। क्लीयर। हाँ जी आगे देखते हैं। आई होप तुहानूं इत्थे तक समझ आ चुके हैं। नैक्सट तुहाडा की है जीरोथ ला ऑफ थर्मोडायनामिक्स। हुण आपां जो सिलेबस दे विच मैंशन ने ला उन्हां नूं डिस्कस करांगे। फस्ट की है तुहाडे कोल जीरोथ ला। देखो जीरोथ ला दा की मतलब है, सब तो पहला अगर मैं तुहानूं सिंपली इत्थे जाण तो पहला दसां तो दो सिस्टम आई थिंक लिखिया भी होया टू सिस्टम्स जो इक्वलिब्रीयम दे विच ने। आ देखो दो सिस्टम जो इक्वलिब्रीयम दे विच ने तो थर्ड सिस्टम भी की होएगा इक्वलिब्रीयम दे विच होएगा। क्लीयर। जिमें हुण मैं इत्थे तुहानूं ड्रा करके दसदी हाँ। मान लो अगर आप गल करिए ये कोई कंटेनर है जिस दे विच अलग अलग पोर्शन है सी ए बी। देखो अगर ये की कहना चाहते हैं दो सिस्टम इक्वलिब्रीयम दे विच ने, मान लो ए ते सी इक्वलिब्रीयम दे विच ने ते बी ते सी इक्वलिब्रीयम दे विच ने, तो इसका मतलब की होएगा ए ते बी भी की होणगे इक्वलिब्रीयम दे विच होणगे। क्लीयर। मीनस अगर दो सिस्टम आपस दे विच इक्वलिब्रीयम दे विच ने तो जो थर्ड सिस्टम है वो भी की होएगा इक्वलिब्रीयम दे विच होएगा। क्लीयर। ये कहना चाहता है जो जीरोथ ला सीगा इंसुलेटर वॉल है बिटवीन ए एंड बी। जो आ वॉल है ना ए ते बी दे विचकार वो केड़ी अपने कोल इंसुलेटर वॉल है। ये जो वॉल है क्लीयर ये भी इंसुलेटर है, तो जो ए ते सी दे विचकार है वो भी इंसुलेटर है, तो बी ते सी दे विचकार सॉरी ए ते सी दे विचकार आ जो वॉल है एक कंडक्शन वॉल है। केड़ी वॉल है? कंडक्शन वॉल है। इस वे दे नाल दस्सिया होया कि जे दो सिस्टम्स की ने इक्वलिब्रीयम दे विच ने तो जो थर्ड सिस्टम होएगा वो भी की होएगा इक्वलिब्रीयम दे विच होएगा। क्लीयर। नैक्सट अगर मैं गल करा क्वांटिटी दी दैट ये जो टैंपरेचर होगा टी ए दा बी दा ते सी दा
ਤਿੰਨੋਂ ਕੀ ਹੋਣਗੇ, ਇਕੁਅਲ ਹੋਣਗੇ। ਇਸੇ ਲਈ ਜੋ ਥਰਮਲ ਹੈ ਉਹ ਕੀ ਹੋਏਗਾ, ਇਕੁਇਲਿਬ੍ਰੀਅਮ ਦੇ ਵਿੱਚ ਹੋਏਗਾ। ਨੈਕਸਟ ਆਪਾਂ ਗੱਲ ਕਰਾਂਗੇ ਫਸਟ ਲਾ। ਫਸਟ ਲਾ ਕਿਸ ਤੇ ਡਿਪੈਂਡ ਕਰਦਾ, ਕੰਜ਼ਰਵੇਸ਼ਨ ਆਫ ਐਨਰਜੀ ਤੇ ਕੀ ਕਰਦਾ, ਡਿਪੈਂਡ। ਕੰਜ਼ਰਵੇਸ਼ਨ ਆਫ ਐਨਰਜੀ ਦਾ ਕੀ ਮਤਲਬ ਸੀ, ਐਨਰਜੀ ਨੂੰ ਨਾ ਤਾਂ ਤੁਸੀਂ ਕ੍ਰੀਏਟ ਕਰ ਸਕਦੇ ਹੋ, ਨਾਈਦਰ ਕ੍ਰੀਏਟਡ ਨੋਰ ਡਿਸਟਰੋਏ, ਨਾ ਹੀ ਤੁਸੀਂ ਕੀ ਕਰ ਸਕਦੇ ਹੋ, ਡਿਸਟਰੋਏ ਕਰ ਸਕਦੇ ਹੋ ਕਿਸ ਨੂੰ, ਐਨਰਜੀ ਨੂੰ। ਐਨਰਜੀ ਨੂੰ ਸਿਰਫ ਕੀ ਕੀਤਾ ਜਾ ਸਕਦਾ ਹੈ, ਕੰਜ਼ਰਵ ਕੀਤਾ ਜਾ ਸਕਦਾ ਹੈ। ਜਿਵੇਂ ਹੁਣ ਇਸ ਦੇ ਵਿੱਚ ਕੀ ਹੈ, ਜੋ ਫਸਟ ਲਾ ਹੈ ਕੀ ਦੇ ਇਕੁਅਲ ਹੈ, ਜੋ ਇੰਟਰਨਲ ਐਨਰਜੀ ਹੁੰਦੀ ਹੈ ਉਹ ਕਿਹਦੇ ਇਕੁਅਲ ਹੁੰਦੀ ਹੈ, ਜੋ ਤਾਂ ਪਾਰਟੀਕਲਸ ਜਾਂ ਮੋਲੀਕਿਊਲਸ ਮੋਸ਼ਨ ਦੇ ਵਿੱਚ ਨੇ, ਅਤੇ ਦੂਸਰੇ ਉਹਨਾਂ ਦੀ ਕੌਨਫੀਗਰੇਸ਼ਨ, ਮੀਨਸ ਦੋ ਚੀਜ਼ਾਂ 'ਤੇ ਕੀ ਕਰਦੀ ਹੈ, ਡਿਪੈਂਡ ਕਰਦੀ ਹੈ ਜੋ ਫਸਟ ਲਾ ਹੈ। ਦੇਖੋ ਅਗਰ ਆਪਾਂ ਗੱਲ ਕਰੀਏ ਸਿੰਪਲੀ ਕਿਸ ਕਿਸ ਤੇ ਡਿਪੈਂਡ ਕਰੂਗੀ, ਜੋ ਇੰਟਰਨਲ ਐਨਰਜੀ, ਇੱਕ ਤਾਂ ਉਹਨਾਂ ਦੇ ਵਿੱਚ ਮੋਸ਼ਨ ਕਿੱਦਾਂ, ਮੀਨਸ ਕਿਨੈਟਿਕ ਐਨਰਜੀ ਤੇ। ਸੈਕਿੰਡ ਵਨ ਡਿਪੈਂਡ ਕਰੇਗੀ ਉਹਨਾਂ ਦੀ ਪੋਟੈਂਸ਼ੀਅਲ ਐਨਰਜੀ ਤੇ, ਕਿਸ ਦੇ, ਮੋਲੀਕਿਊਲਸ ਦੇ, ਮਤਲਬ ਕਿਸ ਹਾਈਟ ਤੱਕ ਜਾ ਰਹੇ, ਕੀ ਕੌਨਫੀਗਰੇਸ਼ਨ ਹੈ ਉਹਨਾਂ ਦੀ। ਇਸ ਨੂੰ ਆਪਾਂ ਕੀ ਬੋਲਾਂਗੇ, ਫਸਟ ਲਾ ਬੋਲਾਂਗੇ। ਜੋ ਆਈਡੀਅਲ ਗੈਸ ਹੈ ਉਹਦੇ ਵਿੱਚ ਕੋਈ ਵੀ ਇੰਟਰਮੋਲੀਕੂਲਰ ਫੋਰਸਿਸ ਪ੍ਰੈਜ਼ੈਂਟ ਨਹੀਂ ਹੋਣਗੀਆਂ, ਉਹ ਸਿਰਫ ਤੇ ਸਿਰਫ ਕਿਸ ਤੇ ਡਿਪੈਂਡ ਕਰਦੀ ਹੈ, ਟੈਂਪਰੇਚਰ ਤੇ ਡਿਪੈਂਡ ਕਰਦੀ ਹੈ। ਮੀਨਸ ਜੋ ਵਰਕ ਡਨ ਹੋਏਗਾ ਉਹਦੇ ਵਿੱਚ ਡਿਸਟੈਂਸ ਜ਼ੀਰੋ, ਡਿਸਟੈਂਸ ਜ਼ੀਰੋ ਮੀਨਸ ਪੋਟੈਂਸ਼ੀਅਲ ਐਨਰਜੀ ਜ਼ੀਰੋ। ਦੇਖੋ ਇੱਥੇ ਅਗਰ ਮੈਂ ਪੋਟੈਂਸ਼ੀਅਲ ਐਨਰਜੀ ਨੂੰ ਜ਼ੀਰੋ ਕਰਦਾ ਤਾਂ ਤੁਹਾਡੇ ਕੋਲ ਕੀ ਰਹਿ ਜਾਏਗਾ, ਓਨਲੀ ਕਿਨੈਟਿਕ ਐਨਰਜੀ ਰਹਿ ਜਾਏਗਾ। ਅਗਰ ਤੁਹਾਡੇ ਕੋਲ ਪੋਟੈਂਸ਼ੀਅਲ ਐਨਰਜੀ ਕੀ ਹੋ ਜਾਂਦੀ ਹੈ, ਜ਼ੀਰੋ ਹੋ ਜਾਂਦੀ ਹੈ, ਤਾਂ ਤੁਹਾਡੇ ਕੋਲ ਕੀ ਰਹਿ ਜਾਏਗੀ, ਓਨਲੀ ਕਿਨੈਟਿਕ ਐਨਰਜੀ ਰਹਿ ਜਾਏਗੀ। ਕਿਉਂਕਿ ਪੋਟੈਂਸ਼ੀਅਲ ਐਨਰਜੀ ਦਾ ਮਤਲਬ ਕੀ ਹੁੰਦਾ, ਕੋਈ ਨਾ ਕੋਈ ਕ੍ਰੀਏਟ ਡਿਸਟੈਂਸ, ਹਾਈਟ ਆ ਜਾਂਦੀ ਹੈ ਉਸ ਵੇ ਦੇ ਨਾਲ। ਕਲੀਅਰ। ਅਗਰ ਇਹਦਾ ਮੈਂ ਵੈਸੇ ਲਿਖਾਂ ਫਸਟ ਲਾ ਦਾ, ਲਾ ਕੀ ਹੁੰਦਾ, ਡੀ ਯੂ ਮੀਨਸ ਚੇਂਜ ਇਨ ਐਨਰਜੀ ਕਿਹਦੇ ਇਕੁਅਲ ਹੁੰਦੀ ਹੈ, ਕਿੰਨੀ ਹੀਟ ਉਹਦੇ ਵਿੱਚ ਪ੍ਰੈਜ਼ੈਂਟ ਹੈ, ਡੀ ਕਿਊ ਪਲੱਸ ਕਿੰਨਾ ਉਹਦੇ ਵਿੱਚ ਵਰਕ ਡਨ ਹੋ ਰਿਹਾ, ਡੀ ਡਬਲਿਊ। ਇਹ ਕੀ ਹੁੰਦਾ ਆਪਣਾ ਫਸਟ ਲਾ ਹੁੰਦਾ ਕਿਸ ਦਾ, ਸੌਰੀ ਫਸਟ ਲਾ ਆਫ ਥਰਮੋਡਾਇਨਾਮਿਕਸ। ਹੁਣ ਜੋ ਡੀ ਕਿਊ ਹੈ ਇਸ ਦਾ ਮਤਲਬ ਕੀ ਹੈ, ਹੀਟ। ਹੀਟ ਕੀ ਹੈ, ਜੋ ਆਪਾਂ ਸਿਸਟਮ ਨੂੰ ਪ੍ਰੋਵਾਈਡ ਕਰ ਰਹੇ ਹਾਂ, ਹੀਟ ਸਪਲਾਈਡ ਟੂ ਸਿਸਟਮ। ਔਰ ਜੋ ਵਰਕ ਡਨ ਹੈ ਇਹ ਹੁੰਦਾ ਵਰਕ ਡਨ ਬਾਏ ਦਾ ਸਿਸਟਮ, ਵਰਕ ਡਨ ਬਾਏ ਦਾ ਸਿਸਟਮ। ਕਲੀਅਰ। ਤਾਂ ਡੀ ਯੂ ਕੀ ਹੋ ਗਿਆ ਹੁਣ ਆਪਣੇ ਕੋਲ, ਚੇਂਜ ਇਨ ਇੰਟਰਨਲ ਐਨਰਜੀ ਆਫ ਸਿਸਟਮ। ਡੀ ਯੂ ਕੀ ਹੋ ਗਿਆ, ਚੇਂਜ ਇਨ ਇੰਟਰਨਲ ਐਨਰਜੀ। ਜੋ ਇੰਟਰਨਲ ਐਨਰਜੀ ਹੈ ਉਸ ਦੇ ਵਿੱਚ ਕੀ ਆ ਗਿਆ, ਚੇਂਜ ਆ ਗਿਆ, ਉਸਨੂੰ ਡੀ ਯੂ ਨਾਲ ਕੀ ਕੀਤਾ ਜਾਂਦਾ ਹੈ, ਨੋਟ ਕੀਤਾ ਜਾਂਦਾ ਹੈ। ਤਾਂ ਰੀਅਲ ਗੈਸ ਦੀ ਅਗਰ ਆਪਾਂ ਗੱਲ ਕਰੀਏ, ਹਜੇ ਤੱਕ ਆਪਾਂ ਆਈਡੀਅਲ ਗੈਸ ਬਾਰੇ ਕੀਤਾ। ਰੀਅਲ ਗੈਸ ਦੀ ਅਗਰ ਗੱਲ ਕਰੀਏ ਇਹਦੇ ਵਿੱਚ ਇੰਟਰਮੋਲੀਕੂਲਰ ਫੋਰਸਿਸ ਪ੍ਰੈਜ਼ੈਂਟ ਹੁੰਦੀਆਂ ਨੇ, ਆਈਡੀਅਲ ਦੇ ਵਿੱਚ ਕੀ ਸੀ, ਐਬਸੈਂਟ ਹੁੰਦੀਆਂ ਸੀ। ਤਾਂ ਇਹਦਾ ਮਤਲਬ ਕੀ ਹੈ, ਜੋ ਯੂ ਕੇ ਕਿਨੈਟਿਕ ਐਨਰਜੀ ਉਹ ਟੈਂਪਰੇਚਰ 'ਤੇ ਡਿਪੈਂਡ ਕਰੇਗੀ, ਜੋ ਪੋਟੈਂਸ਼ੀਅਲ ਹੋਏਗੀ ਉਹ ਕਿਸ 'ਤੇ ਡਿਪੈਂਡ ਕਰੇਗੀ, ਵੋਲਿਊਮ 'ਤੇ। ਤੁਹਾਡੀ ਟੋਟਲ ਐਨਰਜੀ ਦੋਨਾਂ ਦਾ ਕੀ ਆ ਜਾਏਗਾ, ਸਮ ਕਰਕੇ ਆ ਜਾਏਗਾ, ਐਡੀਸ਼ਨ ਆ ਜਾਏਗਾ। ਆਈ ਹੋਪ ਤੁਹਾਨੂੰ ਇੱਥੇ ਤੱਕ ਵੀ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਦੇਖੋ ਆ ਫਸਟ ਲਾ ਹੈ, ਇਸ ਨੂੰ ਦੁਬਾਰਾ ਐਕਸਪਲੇਨ ਕੀਤਾ ਹੋਇਆ ਅਲੱਗ ਵੇ ਨਾਲ। ਦੇਖੋ ਫਸਟ ਲਾ ਦੀ ਅਗਰ ਆਪਾਂ ਗੱਲ ਕਰੀਏ ਕੀ ਇਹ ਚੱਲ ਰਿਹਾ ਇਹਦੇ ਵਿੱਚ, ਜੋ ਡੈਲਟਾ ਕਿਊ ਹੈ, ਹੀਟ ਸਪਲਾਈ ਕੀਤੀ ਗਈ ਹੈ ਕਿਸੇ ਸਿਸਟਮ ਦੁਆਰਾ, ਕਿਸ ਨੂੰ, ਕਿਸੇ ਪਾਰਟ 'ਤੇ, ਉਸ ਨੂੰ ਕਿਹਦੇ ਵਿੱਚ ਕਨਵਰਟ ਕਰਨਾ, ਕੋਈ ਵੀ ਵਰਕ ਡਨ ਤੁਸੀਂ ਡੈਲਟਾ ਨਾਲ, ਸਿਗਮਾ ਨਾਲ ਵੀ ਲਿਖ ਸਕਦੇ ਹੋ, ਡੀ ਨਾਲ ਵੀ ਲਿਖ ਸਕਦੇ ਹੋ, ਚੇਂਜ ਇਨ ਵਰਕ। ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ, ਇਹਦੇ ਨਾਲ ਕੀ ਹੁੰਦੀ ਹੈ, ਇੰਟਰਨਲ ਐਨਰਜੀ। ਦੇਖੋ ਪਾਥ ਡਿਪੈਂਡੈਂਟ ਅਤੇ ਪਾਥ ਇੰਡੀਪੈਂਡੈਂਟ ਕੀ ਨੇ, ਇਹਨਾਂ ਦੀ ਅਗਰ ਆਪਾਂ ਗੱਲ ਕਰੀਏ, ਇਹ ਦੋ ਚੀਜ਼ਾਂ ਹੁੰਦੀਆਂ ਨੇ। ਕੋਈ ਵੀ ਚੀਜ਼ ਪਾਥ 'ਤੇ ਡਿਪੈਂਡ ਕਰਦੀ ਹੈ ਜਾਂ ਸਿਰਫ ਉਹਨਾਂ ਦੇ ਇਨੀਸ਼ੀਅਲ ਅਤੇ ਫਾਈਨਲ 'ਤੇ। ਇਹ 2 ਮਿੰਟ ਪਹਿਲਾਂ ਮੈਂ ਤੁਹਾਨੂੰ ਇਹੀ ਚੀਜ਼ ਦੱਸਦਾ। ਦੇਖੋ ਇੱਕ ਹੁੰਦੇ ਆ ਸਟੇਟ ਫੰਕਸ਼ਨ, ਇੱਕ ਹੁੰਦੇ ਆ ਸਟੇਟ ਫੰਕਸ਼ਨ, ਸੈਕਿੰਡ ਵਨ ਹੁੰਦੇ ਆ ਪਾਥ ਫੰਕਸ਼ਨ। ਦੋ ਫੰਕਸ਼ਨ ਹੁੰਦੇ ਆ, ਅਲੱਗ-ਅਲੱਗ ਹੈ। ਦੇਖੋ ਸਟੇਟ ਫੰਕਸ਼ਨ ਕੀ ਹੁੰਦੇ ਆ, ਨਾਮ ਤੋਂ ਹੀ ਕਲੀਅਰ ਹੈ, ਜੋ ਇਨੀਸ਼ੀਅਲ ਅਤੇ ਫਾਈਨਲ ਪੋਜੀਸ਼ਨ 'ਤੇ ਡਿਪੈਂਡ ਕਰਨ, ਇਨੀਸ਼ੀਅਲ ਐਂਡ ਫਾਈਨਲ ਪੋਜੀਸ਼ਨ 'ਤੇ ਕੀ ਕਰਨ, ਡਿਪੈਂਡ ਕਰਨ, ਉਹਨਾਂ ਨੂੰ ਕੀ ਬੋਲਦੇ ਆ, ਸਟੇਟ ਫੰਕਸ਼ਨ। ਪਾਥ ਫੰਕਸ਼ਨ ਦਾ ਮਤਲਬ ਹੈ ਜੋ ਪਾਥ 'ਤੇ ਡਿਪੈਂਡ ਕਰਨ ਕਿ ਕੰਮ ਕਿਸ ਵੇ ਦੇ ਨਾਲ ਹੋ ਰਿਹਾ, ਉਸ ਨੂੰ ਕੀ ਬੋਲਾਂਗੇ ਆਪਾਂ, ਪਾਥ ਫੰਕਸ਼ਨ ਬੋਲਾਂਗੇ। ਦੇਖੋ ਅਗਰ ਆਪਾਂ ਗੱਲ ਕਰੀਏ ਸਟੇਟ ਫੰਕਸ਼ਨ ਕਿਹੜੇ ਕਿਹੜੇ ਹੁੰਦੇ ਆ, ਸਟੇਟ ਫੰਕਸ਼ਨ ਜਿਵੇਂ ਆਪਣਾ ਹੋ ਗਿਆ ਪੋਟੈਂਸ਼ੀਅਲ ਐਨਰਜੀ ਹੋ ਗਈ, ਹੀਟ ਹੋ ਗਈ, ਪੋਟੈਂਸ਼ੀਅਲ ਐਨਰਜੀ ਹੋ ਗਈ, ਇਹਨਾਂ ਸਭ ਨੂੰ ਬੋਲਦੇ ਆ। ਅਗਰ ਆਪਾਂ ਗੱਲ ਕਰੀਏ ਪਾਥ ਦੀ, ਤਾਂ ਇਹਦੇ ਵਿੱਚ ਕੀ ਹੋ ਗਿਆ, ਜਿਵੇਂ ਆਪਾਂ ਗੱਲ ਕਰ ਲਈਏ ਵਰਕ ਡਨ, ਐਨਰਜੀ ਚੇਂਜ ਇਨ ਐਨਰਜੀ, ਇਹ ਸਭ ਕੀ ਹੋ ਗਿਆ, ਪਾਥ ਫੰਕਸ਼ਨ ਹੋ ਗਏ। ਕਲੀਅਰ। ਤਾਂ ਹੁਣ ਆਪਾਂ ਦੇਖਦੇ ਹਾਂ ਜੋ ਆਪਾਂ ਕਰ ਰਹੇ ਸੀ, ਤਾਂ ਕਿਹਦੇ ਇਕੁਅਲ ਹੈ, ਡੀ ਕਿਊ ਇਜ਼ ਇਕੁਅਲ ਟੂ ਮੀਨਸ ਚੇਂਜ ਇਨ ਐਨਰਜੀ, ਕਿਹਦੇ ਇਕੁਅਲ ਆ ਗਿਆ, ਡੀ ਯੂ ਪਲੱਸ ਡੀ ਡਬਲਿਊ।
ਤੁਸੀਂ ਕਿਸੇ ਵੇ ਨਾਲ ਵੀ ਲਿਖ ਸਕਦੇ ਹੋ ਇਹਨਾਂ ਨੂੰ, ਮੀਨਸ ਆਪਸ ਦੇ ਵਿੱਚ ਅਗਰ ਵੈਲਿਊ ਸੋਲਵ ਕਰਨੀ ਤਾਂ ਇੱਧਰ ਉੱਧਰ ਲੈ ਕੇ ਜਾ ਸਕਦੇ ਹੋ। ਇੰਟਰਨਲ ਐਨਰਜੀ, ਅਗਰ ਤਾਂ ਇੰਟਰਨਲ ਐਨਰਜੀ ਤੁਸੀਂ ਗੇਨ ਕੀਤੀ ਹੈ, ਕਿਸੇ ਸਿਸਟਮ ਦੁਆਰਾ ਗੇਨ ਹੋਈ ਹੈ ਤਾਂ ਪੋਜ਼ਿਟਿਵ ਸਾਈਨ ਆਉਂਦਾ, ਅਗਰ ਲੂਜ਼ ਹੋ ਰਹੀ ਹੈ ਤਾਂ ਕੀ ਆ ਜਾਏਗਾ, ਨੈਗੇਟਿਵ ਸਾਈਨ ਆ ਜਾਏਗਾ। ਹੀਟ ਅਗਰ ਗੇਨ ਹੋਈ ਹੈ ਤਾਂ ਪੋਜ਼ਿਟਿਵ, ਅਗਰ ਲੂਜ਼ ਹੋਈ ਹੈ ਤਾਂ ਨੈਗੇਟਿਵ। ਤਾਂ ਵਰਕ ਡਨ ਅਗਰ ਬਾਈ ਦਾ ਸਿਸਟਮ ਹੋ ਰਿਹਾ ਤਾਂ ਪੋਜ਼ਿਟਿਵ ਵੈਲਿਊ ਲੈ ਕੇ ਚੱਲੋਗੇ ਤੁਸੀਂ, ਅਗਰ ਔਨ ਦਾ ਸਿਸਟਮ ਹੋ ਰਿਹਾ ਤਾਂ ਨੈਗੇਟਿਵ। ਆ ਜੋ ਸਾਈਨ ਕਨਵੈਨਸ਼ਨਸ ਨੇ ਨਾ ਮੋਸਟ ਇੰਪੋਰਟੈਂਟ ਨੇ ਨੂਮੈਰੀਕਲਸ ਨੂੰ ਸੋਲਵ ਕਰਨ ਦੇ ਲਈ। ਹੀਟ ਗੇਨ ਪੋਜ਼ਿਟਿਵ, ਹੀਟ ਲੂਜ਼ ਨੈਗੇਟਿਵ, ਵਰਕ ਡਨ ਬਾਈ ਦਾ ਸਿਸਟਮ ਪੋਜ਼ਿਟਿਵ, ਵਰਕ ਡਨ ਔਨ ਦਾ ਸਿਸਟਮ ਨੈਗੇਟਿਵ। ਇਸ ਵੇ ਦੇ ਨਾਲ ਤੁਹਾਡੇ ਕੋਲ ਕੀ ਆ ਗਿਆ, ਇਕੁਏਸ਼ਨਸ ਆ ਗਈਆਂ। ਦੇਖੋ ਆ ਇਕੁਏਸ਼ਨ ਸੀਗੀ, ਤਾਂ ਹੁਣ ਤੁਸੀਂ ਅਗਰ ਇਹਦੀਆਂ ਵੈਲਿਊਜ਼ ਦੇਖੋਗੇ, ਦੇਖੋ ਵਰਕ ਡਨ ਬਾਈ ਦਾ ਸਿਸਟਮ ਹੋ ਰਿਹਾ ਤਾਂ ਪੋਜ਼ਿਟਿਵ ਹੈ, ਇਸ ਦਾ ਮਤਲਬ ਕੀ ਹੋ ਰਿਹਾ, ਇੰਟਰਨਲ ਐਨਰਜੀ ਇਨਕਰੀਜ਼ ਹੋ ਰਹੀ ਹੈ, ਪੋਜ਼ਿਟਿਵ ਹੈ। ਹੀਟ ਗੇਨ ਹੋ ਰਹੀ ਹੈ, ਦੇਖੋ ਜਦੋਂ ਹੁਣ ਇਹ ਵੀ ਇਨਕਰੀਜ਼ ਹੋ ਰਿਹਾ ਬਾਈ ਦਾ ਸਿਸਟਮ ਹੋ ਰਿਹਾ, ਇਸ ਦਾ ਮਤਲਬ ਹੀਟ ਗੇਨ ਹੋ ਰਹੀ ਹੈ ਬਾਈ ਦਾ ਸਿਸਟਮ, ਸੋ ਇਹਦੀ ਵੈਲਿਊ ਵੀ ਕੀ ਆ ਗਈ ਤੁਹਾਡੇ ਕੋਲ, ਪੋਜ਼ਿਟਿਵ ਆ ਗਈ। ਅੱਗੇ ਆਪਾਂ ਗੱਲ ਕਰਾਂਗੇ ਲਿਮਿਟੇਸ਼ਨਸ, ਫਸਟ ਲਾ ਦੀਆਂ ਲਿਮਿਟੇਸ਼ਨਸ। ਦੇਖੋ ਇਟ ਡਜ਼ਨਟ ਇੰਡੀਕੇਟ ਦ ਡਾਇਰੈਕਸ਼ਨ ਆਫ ਫਲੋ ਆਫ ਹੀਟ, ਇਹ ਕਦੀ ਵੀ ਤੁਹਾਨੂੰ ਡਾਇਰੈਕਸ਼ਨ ਨਹੀਂ ਦੱਸੇਗਾ ਕਿ ਕਿਸ ਤਰ੍ਹਾਂ ਨਾਲ ਫਲੋ ਹੋ ਰਹੀ ਹੈ। ਸੈਕਿੰਡ ਕੀ ਹੈ, ਇਟ ਇਜ਼ ਨੋਟ ਏਬਲ ਟੂ ਐਕਸਪਲੇਨ ਵਾਈ ਹੀਟ ਕੈਨ ਨੋਟ ਬੀ ਸਪੋਂਟੇਨੀਅਸਲੀ ਕਨਵਰਟਡ ਇਨਟੂ ਵਰਕ, ਇਹ ਇੱਦਾਂ ਵੀ ਨਹੀਂ ਐਕਸਪਲੇਨ ਕਰੇਗਾ ਕਿ ਹੀਟ ਕਿਉਂ ਨਹੀਂ ਕਨਵਰਟ ਹੋ ਰਹੀ ਵਰਕ ਦੇ ਵਿੱਚ। ਇਟ ਫੇਲ ਟੂ ਜਸਟੀਫਾਈ ਦ ਇਨਪੋਸੀਬਿਲਿਟੀ ਆਫ ਕ੍ਰੀਏਟ ਅ ਪਰਪੈਕਚੁਅਲ ਮਸ਼ੀਨ ਆਫ ਸੈਕਿੰਡ ਆਰਡਰ, ਇਸ ਨੇ ਕੀ ਹੈ, ਇੰਪੋਸੀਬਿਲਿਟੀ ਸੀਗੀ, ਇਹ ਮਤਲਬ ਇਹ ਐਕਸਪਲੇਨ ਨਹੀਂ ਕਰ ਪਾਇਆ ਕਿ ਸੈਕਿੰਡ ਆਰਡਰ ਦੇ ਵਿੱਚ ਕੀ ਹੈ, ਕਿੱਦਾਂ ਕੀ ਹੈ ਕੋਈ ਮਸ਼ੀਨ ਕ੍ਰੀਏਟ ਕਰ ਸਕਦੀ ਹੈ, ਇੰਪੋਸੀਬਿਲਿਟੀ ਸ਼ੋ ਕਰਤੀ ਸੀ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਟੌਪਿਕ ਦੇ। ਦੇਖੋ ਥਰਮਾਡਾਇਨਾਮਿਕਸ ਦੇ ਕੁਝ ਵੇਰੀਏਬਲਸ ਨੇ, ਕਿਹੜੇ ਵੇਰੀਏਬਲਸ ਨੇ, ਪ੍ਰੈਸ਼ਰ, ਵੋਲਿਊਮ, ਟੈਂਪਰੇਚਰ ਤੇ ਹੀਟ। ਇਹ ਕੀ ਨੇ, ਆਪਣੇ ਕੋਲ ਕੁਝ ਵੇਰੀਏਬਲਸ ਨੇ। ਵੇਰੀਏਬਲ ਦਾ ਮਤਲਬ ਜੋ ਕਿ ਹੁੰਦੇ ਰਹਿੰਦੇ ਨੇ, ਚੇਂਜ ਹੁੰਦੇ ਰਹਿੰਦੇ ਨੇ। ਆਈਸੋਥਰਮਲ ਦੀ ਅਗਰ ਮੈਂ ਗੱਲ ਕਰਾਂ, ਆਈਸੋਥਰਮਲ ਪ੍ਰੋਸੈਸ ਦਾ ਕੀ ਮਤਲਬ ਹੁੰਦਾ ਹੈ, ਜਦੋਂ ਪ੍ਰੈਸ਼ਰ ਤੇ ਵੋਲਿਊਮ ਤੁਹਾਡਾ ਕੀ ਹੋਵੇ, ਪ੍ਰੈਸ਼ਰ ਤੇ ਵੋਲਿਊਮ ਕੀ ਹੋਵੇ, ਚੇਂਜ ਹੋਵੇ, ਪਰ ਜੋ ਟੈਂਪਰੇਚਰ ਹੈ ਉਹ ਕੀ ਹੋ ਜੇ, ਕੌਨਸਟੈਂਟ ਹੋ ਜੇ। ਜਦੋਂ ਚੇਂਜ ਇਨ ਟੈਂਪਰੇਚਰ ਡੈਲਟਾ ਟੀ ਕੀ ਹੋ ਜਾਊਗਾ ਤੁਹਾਡੇ ਕੋਲ, ਜ਼ੀਰੋ ਹੋ ਜਾਊਗਾ। ਜਦੋਂ ਡੈਲਟਾ ਟੀ ਤੁਹਾਡੇ ਕੋਲ ਜ਼ੀਰੋ ਹੋ ਜਾਊਗਾ ਤਾਂ ਬੋਇਲਸ ਲਾ ਕੀ ਕਹਿੰਦਾ, ਪੀ ਵੀ ਤੁਹਾਡਾ ਕੀ ਹੋ ਜਾਏਗਾ, ਕੌਨਸਟੈਂਟ। ਇਹ ਬੋਇਲਸ ਲਾ ਹੈ, ਤੁਸੀਂ ਉਹਦੇ ਵਿੱਚ ਸੋਲਿਡ ਸਟੇਟ ਚੈਪਟਰ ਦੇ ਵਿੱਚ ਕਰੋਗੇ। ਪੀ ਵੀ ਕੌਨਸਟੈਂਟ ਹੋ ਗਿਆ, ਇਸ ਦਾ ਮਤਲਬ P1 V1 ਇਜ਼ ਇਕੁਅਲ ਟੂ ਕਿਸ ਦੇ ਹੋ ਗਿਆ, P2 V2 ਦੇ ਇਕੁਅਲ ਹੋ ਜਾਏਗਾ। ਤਾਂ ਡੈਲਟਾ ਕਿਊ ਕਿਹਦੇ ਇਕੁਅਲ ਹੈ, DU ਪਲਸ DW। ਤਾਂ ਚੇਂਜ ਇਨ ਇੰਟਰਨਲ ਐਨਰਜੀ ਵੀ ਕੀ ਹੋ ਜਾਏਗੀ, ਜ਼ੀਰੋ ਹੋ ਜਾਏਗੀ। ਤਾਂ ਤੁਹਾਡਾ ਡੀ ਕਿਊ ਕਿਹਦੇ ਇਕੁਅਲ ਆ ਗਿਆ, DW ਦੇ, ਮੀਨਸ ਚੇਂਜ ਇਨ ਵਰਕ ਡਨ ਦੇ, ਜਿਸ ਦੀ ਵੈਲਿਊ ਕਿੰਨੀ ਹੁੰਦੀ ਆ ਆਪਣੇ ਕੋਲ, PdV। ਕਿੱਥੋਂ ਆਇਆ ਇਹ ਸਾਰੇ ਕੁਛ ਰਿਲੇਸ਼ਨ ਤੁਸੀਂ ਕੀਤੇ ਹੋਏ ਨੇ, ਉਸੇ ਤੋਂ ਇਹ ਰਿਲੇਸ਼ਨ ਬਣ ਰਹੇ ਨੇ। ਤੁਸੀਂ ਅਗਰ ਆਪਾਂ ਗੱਲ ਕਰੀਏ ਕਿੱਥੋਂ, ਅਗਰ ਆਪਾਂ ਗੱਲ ਕਰੀਏ PdV, ਆਪਾਂ ਨੇ ਫਸਟ ਰਿਲੇਸ਼ਨ ਕੀਤਾ ਸੀ ਹੁਣੇ, ਇੱਥੇ ਆਪਾਂ ਲਿਖ ਦਿੰਦੇ ਹਾਂ, ਜਿਵੇਂ ਚੇਂਜ ਇਨ PdV ਪਲਸ VdP ਕਿਹਦੇ ਇਕੁਅਲ ਆ ਗਿਆ, ਜ਼ੀਰੋ ਦੇ। ਇਹਦਾ ਮਤਲਬ ਕੀ ਹੋ ਗਿਆ, PdV ਇਜ਼ ਇਕੁਅਲ ਟੂ ਮਾਈਨਸ VdP ਦੇ ਇਕੁਅਲ ਆ ਗਿਆ। ਤਾਂ ਇੱਥੋਂ ਕੀ ਆ, ਅਗਰ ਹੁਣ ਆਪਣਾ P ਵੀ ਕੌਨਸਟੈਂਟ ਹੈ, ਉਸ ਵੇ ਦੇ ਨਾਲ ਆਪਾਂ ਨੇ ਕੀ ਬਣਾਈਆਂ ਨੇ, ਜਦੋਂ ਇਹਨੂੰ ਡਿਫਰੈਂਸ਼ੀਏਟ ਕਰ ਦਾਂਗੇ ਅਲੱਗ-ਅਲੱਗ ਵੇ ਦੇ ਨਾਲ। ਚੇਂਜ ਇਨ ਡੀ ਕਿਉਂ ਕਿਹਦੇ ਇਕੁਅਲ ਹੁੰਦਾ, DU ਪਲਸ ਚੇਂਜ ਇਨ ਵਰਕ ਡਨ ਡੀ ਡੈਲਟਾ। ਇੰਟਰਨਲ ਐਨਰਜੀ ਜ਼ੀਰੋ ਹੈ ਤਾਂ ਡੀ ਕਿਉਂ ਕਿਹਦੇ ਇਕੁਅਲ ਆ ਗਈ, ਚੇਂਜ ਇਨ ਵਰਕ ਡਨ ਦੇ ਕੀ ਆ ਗਈ, ਇਕੁਅਲ ਆ ਗਈ। ਜਦੋਂ ਤੁਹਾਡਾ ਟੈਂਪਰੇਚਰ ਜ਼ੀਰੋ ਹੈ ਚੇਂਜ ਇਨ, ਤਾਂ ਇੰਟਰਨਲ ਐਨਰਜੀ ਵੀ ਕੀ ਹੋਗੀ, ਜ਼ੀਰੋ ਹੋ ਜੂਗੀ। ਤਾਂ ਹੀਟ ਸਪਲਾਈਡ ਇਹ ਕਿਸ 'ਚ ਹੋਗੀ, ਆਈਸੋਥਰਮਲ ਸਿਸਟਮ ਦੇ ਵਿੱਚ ਹੋਗੀ। ਠੀਕ ਹੈ ਜੀ, ਕਲੀਅਰ ਹੋਇਆ। ਹੀਟ ਜੋ ਅਬਜ਼ੋਰਬ ਹੋਈ ਆ ਕਿਹਦੇ ਵਿੱਚ ਕਨਵਰਟ ਹੋ ਗਈ, ਵਰਕ ਡਨ ਦੇ ਵਿੱਚ ਕੀ ਹੋ ਗਈ, ਕਨਵਰਟ ਹੋ ਗਈ। ਇਹ ਜੋ ਵਰਕ ਡਨ ਹੈ ਇਹ ਅਗੇਂਸਟ ਹੋਏਗਾ ਕਿਸ ਦੇ, ਜੋ ਸਰਾਊਂਡਿੰਗ ਹੈ, ਐਕਸਟਰਨਲ ਸਰਾਊਂਡਿੰਗ ਹੈ। ਹੁਣ ਸਪੈਸੀਫਿਕ ਹੀਟ ਦੀ ਗੱਲ ਕਰੀਏ, ਅਗਰ ਸਪੈਸੀਫਿਕ ਹੀਟ ਔਨ ਆਈਸੋਥਰਮਲ ਦੀ, ਤਾਂ ਇਹਦਾ ਮਤਲਬ ਕੀ ਹੁੰਦਾ, ਜੋ ਆਪਣੇ ਕੋਲ ਸੀ ਹੈ, ਸਪੈਸੀਫਿਕ ਹੀਟ ਨੂੰ ਸੀ ਨਾਲ ਰਿਪਰਜੈਂਟ ਕਰਦੇ ਨੇ। ਇਹ ਕਿਹਦੇ ਇਕੁਅਲ ਹੁੰਦਾ, ਚੇਂਜ ਇਨ ਹੀਟ ਅਪੋਨ M ਡੈਲਟਾ ਟੀ। ਠੀਕ ਹੈ ਜੀ। ਹੁਣ ਡੈਲਟਾ ਟੀ ਚੇਂਜ ਇਨ ਟੈਂਪਰੇਚਰ ਕਿੰਨਾ ਆਪਣੇ ਕੋਲ, ਜ਼ੀਰੋ। ਤਾਂ ਸਪੈਸੀਫਿਕ ਹੀਟ ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲ, ਇਨਫਾਈਨਾਈਟ ਆ ਗਈ। ਕਲੀਅਰ। ਤਾਂ ਇਸ ਦੀ ਵੈਲਿਊ ਕਿੰਨੀ ਆ ਗਈ, ਇਨਫਾਈਨਾਈਟ, ਜਦੋਂ ਡੈਲਟਾ ਟੀ ਮੀਨਸ ਚੇਂਜ ਇਨ ਟੈਂਪਰੇਚਰ ਕੀ ਆ ਗਿਆ ਤੁਹਾਡੇ ਕੋਲ, ਜ਼ੀਰੋ ਆ ਗਿਆ। ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਦੀ, ਅਗਰ ਆਪਾਂ ਗੱਲ ਕਰੀਏ ਵਰਕ ਡਨ ਬਾਏ ਆਈਸੋਥਰਮਲ, ਇਹ ਤੁਹਾਨੂੰ ਵੈਲਿਊ ਯਾਦ ਰੱਖਣੀਆਂ ਪੈਣਗੀਆਂ। ਦੇਖੋ ਜੋ ਏਰੀਆ ਹੁੰਦਾ, ਸਭ ਤੋਂ ਪਹਿਲਾਂ ਅਗਰ ਮੈਂ ਇੱਥੇ ਇਸ ਸਾਈਡ ਕਰ ਲੈਂਦੇ ਹਾਂ, ਏਰੀਆ ਦੀ ਅਗਰ ਆਪਾਂ ਗੱਲ ਕਰੀਏ,
ਇਹਦੇ ਵਿੱਚ ਕੀ ਹੁੰਦਾ, ਏਰੀਆ ਜਿਹੜਾ ਆਈਸੋਥਰਮਲ ਦਾ ਹੁੰਦਾ ਮੀਨਸ ਵੋਲਿਊਮ ਐਗਜ਼ਿਸਟ ਕਰਦਾ, ਤਾਂ ਇਸ ਵੇ ਦੇ ਨਾਲ ਗ੍ਰਾਫ ਬਣੂਗਾ। ਇਸ ਸਾਈਡ ਪ੍ਰੈਸ਼ਰ ਹੈ, ਇਸ ਸਾਈਡ ਵੋਲਿਊਮ ਇੱਕ ਹੀ ਹੈ, ਇਸ ਤਰ੍ਹਾਂ ਨਾਲ ਕੀ ਆ ਜਾਏਗੀ, ਕਰਵ ਆ ਜਾਏਗੀ ਤੁਹਾਡੀ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ, ਵਰਕ ਡਨ ਦੀ ਇਹ ਤੁਹਾਨੂੰ ਵੈਲਿਊ ਯਾਦ ਕਰਨੀ ਹੈ, ਜਿਹਦੇ ਵਿੱਚ ਲੋਗ P1 V1 ਹੁੰਦਾ। ਦੇਖੋ P1/P2 ਕਿਸ ਦੇ ਇਕੁਅਲ ਆ ਜਾਏਗਾ, V2/V1। ਇੱਥੇ ਆਪਾਂ ਵੈਲਿਊ ਕੀ ਕਰਤੀ ਹੈ, ਚੇਂਜ। ਤੁਸੀਂ ਪ੍ਰੈਸ਼ਰ ਨਾਲ ਵੀ ਨਿਕਾਲ ਸਕਦੇ ਹੋ, ਵੋਲਿਊਮ ਨਾਲ ਵੀ ਨਿਕਾਲ ਸਕਦੇ ਹੋ। ਅਗਰ ਤੁਹਾਡਾ ਵੋਲਿਊਮ ਕੀ ਕਰਦੇ ਹਾਂ ਆਪਾਂ, ਇਨਕਰੀਜ਼ ਕਰਦੀ ਹਾਂ। ਅਗਰ ਮੈਂ ਤੁਹਾਡਾ ਵੋਲਿਊਮ ਕੀ ਕਰਦੀ ਹਾਂ, ਇਨਕਰੀਜ਼ ਕਰਦੀ ਹਾਂ, ਇਹਦਾ ਮਤਲਬ ਕੀ ਹੈ, ਜੋ ਤੁਹਾਡਾ ਵਰਕ ਡਨ ਹੈ ਉਹ ਪੋਜ਼ੀਟਿਵ ਹੈ, ਏਰੀਆ ਅੰਡਰ ਦਾ ਗ੍ਰਾਫ ਹੈ। ਕਲੀਅਰ। ਅਗਰ ਤੁਹਾਡਾ ਮੈਂ ਵੋਲਿਊਮ ਕੀ ਕਰਦੀ ਹਾਂ, ਡਿਕਰੀਜ਼ ਕਰਦੀ ਹਾਂ, ਅਗਰ ਵੋਲਿਊਮ ਕੀ ਹੈ, ਘਟ ਜਾਂਦਾ, ਤਾਂ ਵਰਕ ਡਨ ਕੀ ਹੋ ਜਾਂਦਾ, ਨੈਗੇਟਿਵ, ਏਰੀਆ ਅੰਡਰ ਦਾ ਗ੍ਰਾਫ। ਉਸ ਵੇ ਦੇ ਨਾਲ ਤੁਸੀਂ ਕੀ ਨਿਕਾਲ ਸਕਦੇ ਹੋ, ਆਪਣੀਆਂ ਵੈਲਿਊਜ਼ ਨਿਕਾਲ ਸਕਦੇ ਹੋ। ਠੀਕ ਹੈ ਜੀ। ਅਮਾਊਂਟ ਆਫ ਹੀਟ ਲੋਸਟ ਔਨ ਗੇਨ ਡਿਊਰਿੰਗ ਆਈਸੋਥਰਮਲ, ਤਾਂ ਤੁਸੀਂ ਇਸ ਵੇ ਦੇ ਨਾਲ ਉਹਦੀ ਵੈਲਿਊ ਕੀ ਹੈ, ਸੋਲਵ ਕਰ ਸਕਦੇ ਹੋ ਅਲੱਗ ਅਲੱਗ। ਨੈਕਸਟ ਆਪਾਂ ਗੱਲ ਕਰਾਂਗੇ ਆਈਸੋਬਾਰਿਕ ਦੀ। ਆਈਸੋਬਾਰਿਕ ਦਾ ਮਤਲਬ, ਬਾਰ ਦਾ ਮਤਲਬ ਜੋ ਪ੍ਰੈਸ਼ਰ ਨੂੰ ਰਿਪਰੈਜ਼ੈਂਟ ਕਰੇ। ਆਈਸੋਬਾਰਿਕ ਦਾ ਮਤਲਬ ਕੀ ਹੁੰਦਾ, ਜਦੋਂ ਪ੍ਰੈਸ਼ਰ ਕੀ ਕਰੇ, ਕੌਨਸਟੈਂਟ ਰਵੇ। ਪ੍ਰੈਸ਼ਰ ਦੀ ਯੂਨਿਟ ਕੀ ਹੈ, ਬਾਰ। ਇਹਦਾ ਮਤਲਬ ਕੀ ਹੈ, ਫਿਰ ਚੇਂਜ ਕਿਹਦੇ ਵਿੱਚ ਆਏਗਾ, ਚੇਂਜ ਕਿਹਦੇ ਵਿੱਚ ਆਏਗਾ, ਟੈਂਪਰੇਚਰ ਤੇ ਵੋਲਿਊਮ ਦੇ ਵਿੱਚ ਕੀ ਆ ਗਿਆ, ਚੇਂਜ। ਹੁਣ ਵਰਕ ਡਨ ਦੀ ਵੈਲਿਊ PdV ਹੁੰਦੀ, ਆਪਾਂ ਪੁੱਟ ਕਰਤੀ, ਕਿਉਂਕਿ ਇਹਦੇ ਵਿੱਚ ਕੀ ਹੈ, ਪ੍ਰੈਸ਼ਰ ਕੀ ਕਰੇਗਾ, ਕੌਨਸਟੈਂਟ ਰਹੇਗਾ। ਤੁਸੀਂ ਨਿਕਾਲ ਸਕਦੇ ਹੋ ਇਹਦੇ ਵਿੱਚ ਵੈਲਿਊ। ਤਾਂ ਜਦੋਂ ਦੇਖੋ ਇਹਦੀ ਅਗਰ ਗ੍ਰਾਫ ਦੀ ਗੱਲ ਕਰੀਏ, ਦੋ ਵੇ ਨਾਲ ਬਣ ਸਕਦੇ ਨੇ। ਇੱਕ ਤਾਂ ਹੀਟਿੰਗ ਦਾ ਬਣ ਸਕਦਾ, ਇੱਕ ਕੂਲਿੰਗ ਦਾ ਬਣ ਸਕਦਾ। ਮੈਂ ਤਾਂ ਗ੍ਰਾਫ ਬਣਾ ਦਿੰਦੀ ਹਾਂ, ਦੇਖੋ ਇਸ ਵੇ ਦੇ ਨਾਲ। ਮੰਨ ਲਓ ਇਸ ਸਾਈਡ ਪ੍ਰੈਸ਼ਰ ਹੈ, ਸੌਰੀ ਇਸ ਸਾਈਡ ਵੋਲਿਊਮ, ਤਾਂ ਗ੍ਰਾਫ ਇਸ ਵੇ ਦੇ ਨਾਲ ਬਣੇਗਾ। ਜਦੋਂ ਚੇਂਜ ਇਨ ਪ੍ਰੈਸ਼ਰ ਵਿਦ ਰਿਸਪੈਕਟ ਟੂ ਵੋਲਿਊਮ ਕੀ ਆਏਗਾ, 0 ਆਏਗਾ। ਇਹਦਾ ਮਤਲਬ ਕੀ ਹੈ, ਐਕਸਪੈਂਸ਼ਨ ਹੋ ਰਹੀ ਹੈ। ਜਦੋਂ ਆਪਾਂ ਨੇ ਟੈਂਪਰੇਚਰ ਨੂੰ ਮੈਂ ਕੀ ਕੀਤਾ, ਇਨਕਰੀਜ਼ ਕਰ ਲਿਆ, ਤਾਂ ਤੁਹਾਡੀ ਡੈਲਟਾ U ਦੀ ਵੈਲਿਊ ਕੀ ਆ ਜੂਗੀ, ਆਪਣੇ ਕੋਲ ਪੋਜ਼ੀਟਿਵ ਆ ਜੂਗੀ। ਇਸ ਵੇ ਦੇ ਨਾਲ ਤੁਹਾਡਾ ਗ੍ਰਾਫ ਬਣ ਜੂਗਾ। ਹੁਣ ਅਗਰ ਆਪਾਂ ਵੋਲਿਊਮ ਨੂੰ ਕੀ ਕਰਦੇ ਹਾਂ, ਇਨਕਰੀਜ਼ ਕਰ ਦਿੰਦੀ ਹਾਂ ਮੈਂ ਵੋਲਿਊਮ ਨੂੰ, ਤਾਂ ਡੈਲਟਾ ਵਰਕ ਡਨ ਵੀ ਕੀ ਆ ਜੂਗਾ, ਤੁਹਾਡੇ ਕੋਲ ਪੋਜ਼ੀਟਿਵ ਆ ਜੂਗਾ। ਕਲੀਅਰ। ਇਹਦਾ ਮਤਲਬ ਜੋ ਹੀਟ ਫਲੋ ਕਰ ਰਹੀ ਹੈ ਉਹ ਕਿੱਧਰ ਕਰ ਰਹੀ ਹੈ, ਇਨਟੂ ਦਾ ਸਿਸਟਮ, ਸਿਸਟਮ ਦੇ ਅੰਦਰ, ਇਨਟੂ ਦਾ ਸਿਸਟਮ ਕੀ ਕਰ ਰਹੀ ਹੈ, ਹੀਟ ਫਲੋ ਕਰ ਰਹੀ ਹੈ। ਇਸ ਦਾ ਮਤਲਬ ਡੈਲਟਾ Q ਵੀ ਤੁਹਾਡਾ ਕੀ ਹੋ ਜਾਏਗਾ, ਪੋਜ਼ੀਟਿਵ ਹੋ ਜਾਏਗਾ। ਡੈਲਟਾ Q ਦੀ ਵੈਲਿਊ ਵੀ ਕੀ ਹੋ ਜਾਏਗੀ, ਪੋਜ਼ੀਟਿਵ ਹੋ ਜਾਏਗੀ। ਕਲੀਅਰ। ਇਹ ਕੀ ਸੀ, ਆਈਸੋਬਾਰਿਕ ਦੇ ਗ੍ਰਾਫ। ਨੈਕਸਟ ਆਪਾਂ ਗੱਲ ਕਰਾਂਗੇ ਆਈਸੋਕੋਰਿਕ ਦੀ। ਦੇਖੋ ਆਈਸੋਕੋਰਿਕ ਪ੍ਰੋਸੈਸ ਕੀ ਹੁੰਦਾ, ਜਦੋਂ ਵੋਲਿਊਮ ਕੌਨਸਟੈਂਟ ਹੋਵੇ, ਮੀਨਸ DV ਕਿਹਦੇ ਇਕੁਅਲ ਆ ਗਿਆ, 0 ਦੇ ਇਕੁਅਲ। ਅਗਰ DV 0 ਦੇ ਇਕੁਅਲ ਹੈ ਤਾਂ ਵਰਕ ਡਨ ਵੀ ਕੀ ਹੋ ਜਾਏਗਾ, 0 ਹੋ ਜਾਏਗਾ। ਤਾਂ ਇਸ ਦਾ ਮਤਲਬ ਕੀ ਹੈ, ਜੋ ਹੋਲ ਹੀਟ ਗੇਨ ਬਾਏ ਦਾ ਸਿਸਟਮ ਹੈ ਉਹ ਇਨਕਰੀਜ਼ ਹੋਗੀ ਜਦੋਂ ਇੰਟਰਨਲ ਐਨਰਜੀ ਕੀ ਹੋਏਗੀ, ਤੁਹਾਡੀ ਚੇਂਜ ਹੋਏਗੀ। ਇਹਦੇ ਅਗਰ ਆਪਾਂ, ਤਾਂ ਇਹਦੀ ਅਗਰ ਆਪਾਂ ਗ੍ਰਾਫ ਦੀ ਗੱਲ ਕਰੀਏ ਕਿਸ ਦੀ, ਆਈਸੋਕੋਰਿਕ ਦੀ, ਉਹ ਇਸ ਵੇ ਦੇ ਨਾਲ ਬਣੂ, ਜਦੋਂ ਪ੍ਰੈਸ਼ਰ ਤੇ ਵੋਲਿਊਮ ਦੇ ਵਿੱਚ ਕਿਸ ਤਰ੍ਹਾਂ ਬਣੇਗੀ, ਇਸ ਤਰ੍ਹਾਂ ਨਾਲ ਬਣੇਗਾ ਗ੍ਰਾਫ। ਮੀਨਸ ਪ੍ਰੈਸ਼ਰ ਕੀ ਹੋ ਰਿਹਾ, ਤੁਹਾਡਾ ਇਨਕਰੀਜ਼ ਹੋ ਰਿਹਾ, ਪ੍ਰੈਸ਼ਰ ਇਨਕਰੀਜ਼ ਹੋ ਰਿਹਾ। ਕਿਹਦੇ ਨਾਲ, ਟੈਂਪਰੇਚਰ ਵੀ ਜਦੋਂ ਤੁਹਾਡਾ ਕੀ ਹੋ ਰਿਹਾ, ਇਨਕਰੀਜ਼ ਹੋ ਰਿਹਾ। ਇਸ ਦੇ ਵਿੱਚ ਡੈਲਟਾ Q, ਚੇਂਜ ਇਨ ਹੀਟ ਦੀ ਵੈਲਿਊ ਵੀ ਕੀ ਹੈ, ਪੋਜ਼ੀਟਿਵ ਆਏਗੀ। ਡੈਲਟਾ U ਵੀ ਕੀ ਹੈ, ਤੁਹਾਡਾ ਪੋਜ਼ੀਟਿਵ। ਇਹ ਗ੍ਰਾਫ ਕੀ ਕਰ ਰਿਹਾ, ਰੀਪ੍ਰਜੈਂਟ ਕਰ ਰਿਹਾ ਤੁਹਾਡੇ ਕੋਲ। ਜਦੋਂ DP/DV ਦੀ ਵੈਲਿਊ ਕੀ ਹੋ ਜਾਏਗੀ, ਤੁਹਾਡੇ ਕੋਲ ਇਨਫਿਨਿਟੀ ਹੋ ਜਾਏਗੀ। ਤੁਸੀਂ ਸੋਲਵ ਕਰ ਸਕਦੇ ਹੋ। ਠੀਕ ਹੈ ਜੀ, ਕਲੀਅਰ ਹੋਇਆ। ਤੁਹਾਨੂੰ ਸਾਰੇ ਗ੍ਰਾਫ ਕਰਵਾਤੇ ਮੈਂ, ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਨੈਕਸਟ ਦੇਖਦੇ ਆ ਤੁਹਾਡਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਲਾਸਟ ਟੋਪਿਕ ਹੈ ਅੱਜ ਦੇ ਲਈ, ਐਡੀਆਬੈਟਿਕ ਪ੍ਰੋਸੈਸ। ਦੇਖੋ ਐਡੀਆਬੈਟਿਕ ਪ੍ਰੋਸੈਸ ਦੀ ਅਗਰ ਮੈਂ ਗੱਲ ਕਰਾਂ, ਐਡੀਆਬੈਟਿਕ ਪ੍ਰੋਸੈਸ ਕੀ ਹੁੰਦਾ, ਨਾ ਤਾਂ ਹੀਟ ਗੇਨ ਹੋਊਗੀ ਸਿਸਟਮ ਦੇ ਦੁਆਰਾ, ਨਾ ਹੀ ਲੋਸ ਹੋਊਗਾ ਸਿਸਟਮ ਦੇ ਦੁਆਰਾ। ਤਾਂ ਇਹਦਾ ਮਤਲਬ ਕੀ ਹੈ, ਚੇਂਜ ਇਨ ਹੀਟ ਕੀ ਹੋਗੀ, ਤੁਹਾਡੇ ਕੋਲ 0 ਹੋਗੀ। 0 ਅਗਰ ਵੈਲਿਊ ਪੁੱਟ ਕਰ ਦਿੰਦੇ ਹਾਂ ਤਾਂ ਆਪਣੇ ਕੋਲ ਜੋ ਵਰਕ ਡਨ ਹੈ ਉਹ ਕਿਸ ਦੇ ਇਕੁਅਲ ਆ ਜਾਏਗਾ, ਨੈਗੇਟਿਵ ਆਫ ਐਨਰਜੀ ਦੇ, ਇੰਟਰਨਲ ਐਨਰਜੀ ਦੇ ਇਕੁਅਲ ਆ ਜਾਏਗਾ। ਮੀਨਸ ਜੋ ਆਈਡੀਅਲ ਗੈਸ ਹੈ ਉਹ ਬੋਇਲਸ ਲਾ ਕੀ ਹੈ, ਓਬੇ ਨਹੀਂ ਕਰਦੀ। ਇਸ ਦੇ ਅਕੋਰਡਿੰਗ ਇਹ ਗੱਲ ਬਣ ਗਈ। ਹੁਣ ਦੇਖੋ PV ਗਾਮਾ ਕੀ ਹੋ ਗਿਆ, ਆਪਣੇ ਕੋਲ ਕੌਨਸਟੈਂਟ K ਕੀ ਹੈ, ਕੌਨਸਟੈਂਟ PV ਕਿਹਦੇ ਇਕੁਅਲ ਹੁੰਦਾ, RT ਦੇ ਇਕੁਅਲ, NRT। N ਦੀ ਵੈਲਿਊ ਕਿੰਨੀ ਹੈ ਤੁਹਾਡੇ ਕੋਲ, 1। ਇਸ ਦੇ ਵਿੱਚ ਮੈਂ ਵੈਲਿਊਜ਼ ਪੁੱਟ ਕਰ ਸਕਦੀ ਹਾਂ ਈਜ਼ਲੀ। ਇਹਦੇ ਵਿੱਚ ਆਪਾਂ ਕੀ ਹੈ, P ਦੀ ਵੈਲਿਊ ਪੁੱਟ ਕਰ ਸਕਦੇ ਹਾਂ। ਦੇਖੋ ਹੁਣ ਮੈਂ ਅਗਰ ਇਹਦੀ PV ਗਾਮਾ, ਅਗਰ P ਦੀ ਮੈਂ ਵੈਲਿਊ ਪੁੱਟ ਕਰ ਦਿੰਦੀ ਹਾਂ RT/V, RTV ਨਾਲ ਆਪਣੇ ਕੋਲ ਕੀ ਹੈ, V ਗਾਮਾ। ਹੁਣ ਜਦੋਂ ਇਹਨੂੰ ਉੱਪਰ ਲੈ ਕੇ ਜਾਵਾਂਗੇ ਤਾਂ RT ਇੱਧਰ ਰਹਿ ਜਾਏਗਾ, ਤਾਂ V ਦੀ ਕੀ ਬਣ ਜਾਏਗੀ ਆਪਣੇ ਕੋਲ, ਗਾਮਾ -1। ਕਲੀਅਰ। ਤਾਂ ਇਸ ਵੇ ਦੇ ਨਾਲ ਅਗਰ ਆਪਾਂ ਦੇਖੀਏ ਤਾਂ ਵੈਲਿਊ ਪੁੱਟ ਕਰ ਸਕਦੇ ਹਾਂ। ਹੁਣ RTV, V ਗਾਮਾ -1 ਆ ਗਿਆ,
ਤਾਂ ਆਰ ਕੀ ਆਪਣੇ ਕੋਲ ਕੌਨਸਟੈਂਟ ਹੈ, ਤਾਂ ਆਪਣੇ ਕੋਲ ਕੀ ਰਹਿ ਜਾਏਗਾ ਟੀ ਵੀ ਗਾਮਾ -1 ਜੋ ਕਿਸ ਦੇ ਇਕੁਅਲ ਆ ਜਾਏਗਾ ਕੌਨਸਟੈਂਟ ਦੇ ਇਕੁਅਲ। ਸਿਮਿਲਰਲੀ ਦੇਖੋ ਹੁਣ ਗਾਮਾ ਦੀ ਵੈਲਿਊ ਕਿਹਦੇ ਇਕੁਅਲ ਹੁੰਦੀ ਹੈ CP/CV। CP ਕੀ ਹੈ ਸਪੈਸੀਫਿਕ ਹੀਟ ਐਟ ਕੌਨਸਟੈਂਟ ਪ੍ਰੈਸ਼ਰ, V ਦਾ ਮਤਲਬ ਕੀ ਹੈ ਕੌਨਸਟੈਂਟ ਵੋਲਿਊਮ। ਦੇਖੋ ਸਪੈਸੀਫਿਕ ਹੀਟ ਦੀ ਅਗਰ ਮੈਂ ਗੱਲ ਕਰਾਂ ਐਡੀਆਬੈਟਿਕ ਦੇ ਵਿੱਚ ਹੀਟ ਕੀ ਹੋਗੀ 0, ਤਾਂ ਇਹਦਾ ਮਤਲਬ ਡੈਲਟਾ ਕਿਊ ਕੀ ਹੋ ਗਿਆ 0, ਇਹਦਾ ਮਤਲਬ ਸਪੈਸੀਫਿਕ ਹੀਟ ਕੀ ਹੋਗੀ 0 ਹੋ ਜਾਏਗੀ। ਵਰਕ ਡਨ ਬਾਈ ਐਡੀਆਬੈਟਿਕ ਐਕਸਪੈਂਸ਼ਨ ਦੀ ਅਗਰ ਗੱਲ ਕਰਾਂ ਤਾਂ ਵਰਕ ਡਨ ਕਿਹਦੇ ਇਕੁਅਲ ਹੁੰਦਾ ਹੁਣ ਆਪਣੇ ਕੋਲ, ਵਰਕ ਡਨ ਕਿਹਦੇ ਇਕੁਅਲ ਹੁੰਦਾ ਇੰਟੀਗ੍ਰੇਸ਼ਨ ਆਫ PdV ਮੀਨਸ ਚੇਂਜ ਇਨ ਪ੍ਰੈਸ਼ਰ ਵਿਦ ਰਿਸਪੈਕਟ ਟੂ ਵੋਲੀਅਮ V1/V2 ਇੰਟੀਗ੍ਰੇਸ਼ਨ ਲੈ ਸਕਦੇ ਹਾਂ। ਜਦੋਂ ਇਹਦੀ ਵੈਲਿਊਜ਼ ਨੂੰ ਖੋਲਾਂਗੇ ਤਾਂ ਆਰ ਕੀ ਹੈ ਤੁਹਾਡਾ ਰਿਮੇਨ ਕੌਨਸਟੈਂਟ ਹੈ, ਤੁਹਾਡੇ ਕੋਲ ਵੈਲਿਊ ਇਹ ਟੈਂਪਰੇਚਰ ਨਾਲ ਕੀਤਾ ਹੋਇਆ, ਤੁਸੀਂ ਇੱਦਾਂ ਵੀ ਕਰ ਸਕਦੇ ਹੋ। ਦੇਖੋ ਇਹਨੂੰ ਸੋਲਵ ਕਰਦੇ ਹਾਂ ਅਗਰ, ਤਾਂ ਇਸ ਦੇ ਵਿੱਚ ਕੀ ਆ ਜਾਏਗਾ V1 to V2 ਨਾਲ ਪ੍ਰੈਸ਼ਰ ਦੀ ਅਗਰ ਮੈਂ ਗੱਲ ਕਰਾਂ ਵੈਲਿਊ ਪੁੱਟ ਕਰ ਸਕਦੇ ਹਾਂ ਸਿੱਧਾ। ਮੈਂ ਅਗਰ ਉੱਪਰੋਂ ਕੌਨਸਟੈਂਟ ਦੀ ਵੈਲਿਊ ਕਰਾਂ KV ਗਾਮਾ DV ਆ ਜਾਏਗਾ ਤੁਹਾਡਾ। ਹੁਣ ਅਗਰ ਮੈਂ ਵਰਕ ਡਨ ਨੂੰ ਕੀ ਲਿਖ ਸਕਦੀ ਹਾਂ ਨੈਕਸਟ, ਵਰਕ ਡਨ ਨੂੰ ਇੱਦਾਂ ਇਕੁਅਲ ਨੈਕਸਟ ਕੀ ਲਿਖ ਸਕਦੇ ਹਾਂ, ਇਹਦੀ ਵੈਲਿਊ ਪੁੱਟ ਕਰ ਸਕਦੇ ਹਾਂ, ਕੀ ਬਣ ਜਾਏਗਾ P1V1 ਮਾਈਨਸ P2V2। ਮੈਂ ਡਾਇਰੈਕਟ ਕਰ ਰਹੀ ਹਾਂ, ਥੋੜ੍ਹਾ ਜਿਹਾ ਤੁਸੀਂ ਸੋਲਵ ਕਰ ਸਕਦੇ ਹੋ ਗਾਮਾ -1 ਇਸ ਵੇ ਦੇ ਨਾਲ। ਨੈਕਸਟ ਤੁਸੀਂ ਵੈਲਿਊਜ਼ ਪੁੱਟ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਕੀ ਹੈ ਇਕੁਏਸ਼ਨ ਬਣ ਜਾਏਗੀ, ਕਿਉਂਕਿ PV = URT NRT ਹੁੰਦਾ ਤਾਂ ਤੁਹਾਡੇ ਕੋਲ ਆਹ ਚੀਜ਼ ਕੀ ਹੋ ਜਾਏਗੀ ਫੋਰਮ ਹੋ ਜਾਏਗੀ RT2 - T1। ਤੁਸੀਂ ਈਜ਼ਲੀ ਬਣਾ ਸਕਦੇ ਹੋ ਵੈਲਿਊਜ਼ ਨੂੰ ਪੁੱਟ ਕਰਕੇ। ਕਲੀਅਰ। ਤਾਂ ਇਹਦੇ ਕੋਲ ਤੁਹਾਡੇ ਕੋਲ ਹੀਟ ਕੀ ਆ ਗਈ, ਤੁਹਾਡੇ ਕੋਲ ਇਸ ਵੇ ਦੇ ਨਾਲ ਤੁਹਾਡੇ ਕੋਲ ਹੀਟ ਦੀ ਕੀ ਆ ਗਈ ਵੈਲਿਊ ਆ ਜਾਏਗੀ। ਫਸਟ ਅਗਰ ਆਪਾਂ ਗੱਲ ਕਰੀਏ ਫਸਟ ਲਾ ਦੀ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਡੈਲਟਾ ਕਿਊ ਕਿਹਦੇ ਇਕੁਅਲ ਹੁੰਦਾ ਡੈਲਟਾ U + ਡੈਲਟਾ ਵਰਕ ਡਨ। ਹੁਣ ਜੇ ਤੁਹਾਡੇ ਕੋਲ ਡੈਲਟਾ ਕਿਊ 0 ਆ ਗਿਆ ਤਾਂ ਡੈਲਟਾ U ਕਿਹਦੇ ਆ ਗਿਆ ਨੈਗੇਟਿਵ ਆਫ ਡੈਲਟਾ ਵਰਕ ਡਨ ਦੇ ਇਕੁਅਲ ਆ ਗਿਆ। ਅਗਰ ਤੁਹਾਡੇ ਕੋਲ ਹੁਣ ਵਰਕ ਡਨ ਦੀ ਵੈਲਿਊ ਕੀ ਹੋ ਜਾਂਦੀ ਹੈ ਪੋਜ਼ੀਟਿਵ ਹੋ ਜਾਂਦੀ ਹੈ ਤਾਂ ਡੈਲਟਾ U ਤੁਹਾਡੇ ਕੋਲ ਨੈਗੇਟਿਵ ਹੋ ਜਾਏਗਾ। ਅਗਰ ਤੁਹਾਡੇ ਕੋਲ ਡੈਲਟਾ ਵਰਕ ਡਨ ਦੀ ਵੈਲਿਊ ਨੈਗੇਟਿਵ ਹੋ ਜਾਂਦੀ ਹੈ ਤਾਂ ਡੈਲਟਾ U ਇੰਟਰਨਲ ਐਨਰਜੀ ਕੀ ਹੋ ਜਾਏਗੀ ਤੁਹਾਡੀ ਪੋਜ਼ੀਟਿਵ ਹੋ ਜਾਏਗੀ। ਦੇਖੋ ਜਦੋਂ ਤੁਹਾਡੇ ਕੋਲ ਡੈਲਟਾ U ਨੈਗੇਟਿਵ ਹੋ ਗਿਆ ਇਸ ਦਾ ਮਤਲਬ ਕੀ ਹੋ ਗਿਆ ਤੁਹਾਡੇ ਕੋਲ ਜੋ ਐਡੀਆਬੈਟਿਕ ਕੀ ਹੈ ਐਕਸਪੈਂਸ਼ਨ ਹੋਊਗੀ, ਕੀ ਪ੍ਰੋਡਿਊਸ ਕਰੂਗੀ ਕੂਲਿੰਗ। ਨੈਗੇਟਿਵ ਵੇਲੇ ਕੂਲਿੰਗ ਹੋਗੀ, ਜਦੋਂ ਤੁਹਾਡੇ ਕੋਲ ਕੀ ਹੈ ਪੋਜ਼ੀਟਿਵ ਹੈ ਟੈਂਪਰੇਚਰ ਇਨਕਰੀਜ਼ ਕਰ ਰਿਹਾ ਮਤਲਬ ਕੀ ਪ੍ਰੋਡਿਊਸ ਹੋਊਗੀ ਤੁਹਾਡੇ ਕੋਲ ਹੀਟਿੰਗ ਪ੍ਰੋਡਿਊਸ ਹੋਊਗੀ। ਕਲੀਅਰ। ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ ਸਾਰੇ ਕੰਸੈਪਟ। ਅਗਰ ਤੁਹਾਡਾ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਕੋਈ ਵੀ ਅਗਰ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਵੀ ਟੌਪਿਕ ਦੇ ਰਿਲੇਟਡ ਪਲੀਜ਼ ਫੀਡਬੈਕ ਜ਼ਰੂਰ ਦਈਓ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ। ਅਗਰ ਕੋਈ ਡਾਊਟ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਪਾ ਲਿਓ। ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ। ਥੈਂਕ ਯੂ ਸੋ ਮਚ ਐਂਡ ਪਲੀਜ਼ ਟੈਲੀਗ੍ਰਾਮ ਦਾ ਗਰੁੱਪ ਜੁਆਇਨ ਕਰ ਲਓ ਅਗਰ ਤੁਸੀਂ ਟੈਲੀਗ੍ਰਾਮ ਗਰੁੱਪ 'ਤੇ ਨਹੀਂ ਹੈਗੇ। ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰ ਦੂੰਗੀ। ਥੈਂਕ ਯੂ।